अस्सलाम वालेकुम रहमतुल्लाहि व बरकातुहू। आप देख रहे हैं मुहाफ़िज़ पाकिस्तान टीवी और मेरा नाम है हसीबुर रहमान। आज हमारे साथ में यूनान में जो हमारे भाई फ़ास्ट फ़ूड डिलीवरी का काम करते हैं, उनसे कुछ बातें पूछते हैं ताकि आप लोगों को इस बात का आइडिया हो कि यूनान में लोग किस मुश्किलात का शिकार हैं और कितना ईज़ी तरीके से वो पैसे कमाकर अपने घर वालों को भेजते हैं। बाकी पंजाबी में बात करते हैं, हमारे साथ में हमारे पाकिस्तानी भाई हैं। जी अस्सलाम वालेकुम। वालेकुम अस्सलाम। जी आपका क्या नाम है? आसिफ फ्राम उकड़ा। उकाड़ा। जी अस्सलाम वालेकुम भाई। वालेकुम सलाम। आपका क्या नाम है? कहाँ से? शहजाद अहमद सियालकोट। जी भाई। वालेकुम सलाम भाई, मैं इमरान नाम है ते शेखपुरे तो। अरशाद अहमद सियालकोट। फयाज हुसैन कसूर। अच्छा आसिफ भाई, ਤੁਹਾਡੇ ਨਾਲ ਇੱਕ ਸਵਾਲ ਹੈ। ਪਹਿਲੇ ਨੰਬਰ ਤੇ ਤੁਸੀਂ ਯੂਨਾਨ ਦੇ ਅੰਦਰ ਕਿੰਨੇ ਅਰਸੇ ਤੋਂ ਮੁਕੀਮ ਹੋ? मैं सर 2015 च आया था। ਠੀਕ ਹੈ। ਤੁਸੀਂ ਭਾਈ? सर 2014 ਚ है। 15 सेम 2008 2016 ਚ ਹੈ, ਪਹਿਲੇ ਮਹੀਨੇ ਚ। ਅੱਛਾ, ਇਹ ਭਾਈ ਹੋਰੀ ਨੇ 2008 ਚ, ਯਾਨੀ ਸਭ ਤੋਂ ਪੁਰਾਣੇ ਬੰਦੇ ਆਏ ਨੇ। ਤੁਹਾਡੇ ਕੋਲ ਇੱਕ ਗੱਲ ਪੁੱਛਣਾ ਕਿ ਯੂਨਾਨ ਦੇ ਅੰਦਰ ਤੁਹਾਡੀ ਜ਼ਿੰਦਗੀ ਦਾ ਇੱਕ ਬੜਾ ਤਜਰਬਾ ਹੈ ਯੂਨਾਨ ਦੇ ਅੰਦਰ। ਤੁਸੀਂ ਕੀ ਦੱਸਣਾ ਚਾਹੁੰਦੇ ਹੋ ਕਿ ਕਿੱਡਾ ਕਿ ਈਜ਼ੀ ਹੈ ਯੂਨਾਨ ਆ ਕੇ ਫਟਾਫਟ ਪੈਸੇ ਕਮਾ ਲੈਣਾ? ਭਾਈ ਯੂਨਾਨ ਆ ਕੇ ਇੰਨਾ ਈਜ਼ੀ ਕੋ ਨਹੀਂ ਹੈ। ਇੱਥੇ ਬਹੁਤ ਭੈੜੇ ਹਾਲਾਤ ਵੀ ਕੱਟੇ ਨੇ ਸ਼ੁਰੂ ਦਿਨਾਂ 'ਚ। ਉਹ ਦਿਨ ਵੀ ਵੇਖੇ ਨੇ ਕਿ ਇੱਕ ਟਾਈਮ ਨੂੰ ਖਾਣ ਨੂੰ ਵੀ ਕੋ ਨਹੀਂ। ਹੁਣ ਉਹਨਾਂ ਯੂਨਾਨ ਦੇ ਦਿਨਾਂ 'ਚ। ਮੌਜੂਦਾ ਹਾਲਾਤ ਕੀ ਹੁਣ ਮੌਜੂਦਾ ਹਾਲਾਤ ਠੀਕ ਨੇ ਠੀਕ ਹੈ ਕੰਮਾਂ ਦੇ ਬਾਰੇ 'ਚ, ਲੇਕਿਨ ਪੇਪਰਾਂ ਦੇ ਬਾਰੇ 'ਚ ਕੋ ਨਹੀਂ ਮੌਜੂਦਾ ਹਾਲਾਤ ਠੀਕ। ਠੀਕ ਹੈ। ਅੱਛਾ, ਜਿਹੜੀ ਆਵਾਮ ਪਾਕਿਸਤਾਨ ਤੋਂ ਯੂਨਾਨ ਆਉਣ ਵਾਸਤੇ ਬੜੀ ਯਾਨੀ ਕਿ ਘਰਦਿਆਂ ਨੂੰ ਵੀ ਤੰਗ ਕਰ ਰਹੀ ਹੈ, ਪਹਿਲੀ ਬੰਨੇ ਵੇਚਦੇ ਹੋ, ਉਹਨਾਂ ਵਾਸਤੇ ਕੀ ਮੈਸੇਜ ਡਿਲੀਵਰ ਕਰਨਾ ਉਹ ਚਾਹੁੰਦੇ? ਇੱਕ ਨੰਬਰ ਤੇ ਬੇਵਕੂਫੀ ਕਰਨ ਡੈਨ। ਠੀਕ ਹੈ। ਪਹਿਲੇ ਨੰਬਰ ਤੇ ਬੇਵਕੂਫੀ ਕਿ ਆਪਣੀ ਜਾਇਦਾਦ ਵੇਚ ਕੇ ਇੱਥੇ ਆਓ। ਇੱਥੇ ਕੁਝ ਵੀ ਨਹੀਂ ਹੈ ਜਦ ਤੱਕ ਪੇਪਰ ਨਹੀਂ ਆਇਆ। ਪੇਪਰਾਂ ਤੋਂ ਬਗੈਰ ਇੱਥੇ ਜ਼ੀਰੋ ਨੇ ਬੰਦੇ। ਜ਼ਬਰਦਸਤ। ਠੀਕ ਹੈ, ਜਿੰਨੇ ਮਰਜ਼ੀ ਪੈਸੇ ਲਾ ਕੇ ਆਈ ਜਾਣ, 45 ਲੱਖ 50 ਲੱਖ ਆਮ ਚੱਲਣ ਡਿਆ ਹੁਣ। ਏਜੰਟ ਲੋਕ ਹਾਂਜੀ। ਲੈਣ ਡੈਨ, ਠੀਕ ਹੈ ਨਾ। ਕੰਮ ਨਹੀਂ ਹੁੰਦਾ, 200 ਰੁਪਏ ਦਾ ਵੀ ਲੈਂਦੇ ਇੰਨੇ ਨੇ ਪੈਸੇ। ਵੈਰੀ ਗੁੱਡ। 45 50 ਲੱਖ ਰੁਪਈਆ। ਔਰ ਜ਼ਿੰਦਗੀ ਦਾ ਤਜਰਬਾ, ਤੁਸੀਂ ਪਾਕਿਸਤਾਨ ਸਭ ਤੋਂ ਜ਼ਿਆਦਾ ਕਿਹਨੂੰ ਯਾਦ ਕਰਦੇ ਹੋ ਦੋਸਤਾਂ 'ਚ, ਯਾਨੀ ਵਾਲਦੈਨ ਤੋਂ ਇਲਾਵਾ ਕੋਈ ਦੋਸਤ ਜਾਂ ਭੈਣਾਂ ਭਰਾ ਸਭ ਤੋਂ ਜ਼ਿਆਦਾ ਕਿਹਦੀ ਯਾਦ ਹੁੰਦੀ ਹੈ? ਵਾਲਦੈਨ ਤੋਂ ਇਲਾਵਾ? ਵਾਲਦਾਨ ਤੋਂ ਇਲਾਵਾ ਤੇ ਭੈਣ ਭਰਾ ਹੀ ਨੇ। ਨਹੀਂ ਕੋਈ ਦੋਸਤ ਹੁੰਦਾ ਨਾ, ਬੜਾ ਦੋਸਤ- ਕਰੀਬੀ ਵਕਤ ਗੁਜ਼ਰਿਆ ਹੁੰਦਾ ਹੈ। ਵਕਤ ਗੁਜ਼ਰਿਆ ਲੇਕਿਨ ਹੁਣ ਨਾ ਕੋਈ ਦੋਸਤ ਵਿਛੜ ਗਏ ਨੇ। ਕਿਸੇ ਕੁਝ ਦਾ ਹੈ ਨਾਮ ਨੇ। ਦੱਸ ਦਿਓ ਜੇ ਕਿਸੇ ਦੀ ਆਉਂਦੀ ਹੈ। ਮੇਰਾ ਦੋਸਤ ਉਹਦਾ ਨਾਮ ਹਾਫਿਜ਼ ਜ਼ਾਹਿਦ। ਹਾਲੇ ਵੀ ਯਾਦ ਆਉਂਦੀ ਹੈ? ਅਜੇ ਵੀ ਹੈ ਨਾ, ਮੇਰਾ ਦੋਸਤ ਸਾਹਿਬ ਹੈ। ਵਾਸਤੇ ਕੋਈ ਅੱਛੀ ਦੋਸਤ ਗੱਲ ਮੇਰਾ ਕਹਿਣਾ ਚਾਹੁੰਦੇ ਹੋ? ਹਾਫਿਜ਼ ਜ਼ਾਹਿਦ, ਇਨਸ਼ਾਅੱਲਾ ਉਹਦਾ ਨਾਮ ਕੀ ਇਹ ਮਦਰਸਾ ਉਹਨਾਂ ਬਣਾਇਆ ਹੈ। ਬੱਚੇ ਮਾਸ਼ਾਅੱਲਾ ਜ਼ਬਰਦਸਤ। ਹਾਫਿਜ਼ ਹਿਫਜ਼ ਕੁਰਾਨ ਦੀ ਕਲਾਸ ਬਹਿੰਦੀ ਹੈ। ਇਨਸ਼ਾਅੱਲਾ ਉਹ ਖਿਦਮਤ ਕਰਨ ਡਿਆ ਨੇ ਇਸਲਾਮ ਦੀ ਤੇ ਜ਼ਿੰਦਾਬਾਦ ਕਰਦੇ ਰਹਿਣਗੇ। ਜ਼ਿੰਦਾਬਾਦ। ਅੱਛਾ ਸਰ ਭਾਈ, ਇੱਕ ਸਵਾਲ ਹੈ ਤੁਹਾਡੇ ਨਾਲ ਹੋਰ। ਅੱਛਾ, ਯੂਨਾਨ ਚ ਫਾਰ ਐਗਜ਼ਾਮਪਲ ਯਾਨੀ ਕਿੰਨੇ ਘੰਟੇ ਕੰਮ ਕਰਕੇ, ਯਾਨੀ ਫਾਰ ਐਗਜ਼ਾਮਪਲ 8 ਘੰਟੇ ਤੁਸੀਂ ਕੰਮ ਕਰਦੇ ਹੋ ਤੇ ਕਿੰਨੇ ਕੁ ਪੈਸੇ ਕਮਾ ਸਕਦੇ ਹੋ? ਵੇਖੋ ਜੀ, ਮੁxtਲਿਫ ਰੇਟ ਨੇ। ਅਗਰ ਤੁਸੀਂ ਕਰਦੇ ਹੋ ਦੁਕਾਨਾਂ ਤੇ, ਉਹ ਤਕਰੀਬਨ ਤੁਹਾਨੂੰ 5 ਯੂਰੋ ਫੀ ਘੰਟਾ ਦੇ ਰਹੇ ਨੇ। ਅਗਰ 8 ਘੰਟੇ ਕਰੋਗੇ ਤਾਂ 40 ਯੂਰੋ ਜੋ ਤੁਸੀਂ ਕਰ ਲੋਗੇ। ਨਹੀਂ ਜਿਹੜੇ ਆਈਡੀ ਬਣਾ ਕੇ ਯਾਨੀ ਕੰਮ ਹਾਂ, ਕਰ ਰਹੇ ਹੋ? ਹੁਣ ਮੈਂ ਉਹੀ ਗੱਲ ਦੱਸਣ ਲੱਗਿਆ। ਇਹ ਤਾਂ ਹੋ ਗਿਆ ਦੁਕਾਨਾਂ ਦਾ ਰੇਟ। ਠੀਕ ਹੈ। ਦੂਸਰੀ ਗੱਲ ਆ ਗਈ ਹੁਣ ਵੁਲਟ ਦੀ ਜਾਂ ਈ ਫੂਡ ਦੀ। ਇਹ ਵੁਲਟ 'ਚ ਅਸੀਂ ਹੁਣ ਕਰ ਰਹੇ ਹਾਂ ਆਪਣੀ ਆਈਡੀ ਤੇ। ਤਕਰੀਬਨ ਅਸੀਂ ਸ਼ੁਰੂ ਕਰੀਦਾ ਸਵੇਰ 9 ਵਜੇ ਤੋਂ ਫਾਰਗ ਦੇ ਮਤਲਬ ਸ਼ੁਰੂ ਕਰੋ। ਸਾਨੂੰ ਪਹਿਲਾ ਆਰਡਰ ਵੱਜ ਜਾਏਗਾ 1 ਯੂਰੋ 1.5 ਯੂਰੋ ਦਾ। ਠੀਕ ਹੈ। ਹੋ ਸਕਦਾ ਘੰਟੇ 'ਚ 2 ਆਰਡਰ ਸਾਨੂੰ ਵੱਜ ਜਾਣ, ਉਹ ਵੱਜ ਜਾਣ ਮਤਲਬ ਘੰਟੇ 'ਚ ਅਸੀਂ 5 ਯੂਰੋ ਇਕੱਠੇ ਕਰ ਲੈਣ। ਹੋ ਸਕਦਾ 1 ਘੰਟੇ ਦੇ ਵਿੱਚ ਸਾਨੂੰ 10 ਯੂਰੋ ਦਾ ਆਰਡਰ ਪੈ ਜੇ, ਮਤਲਬ ਹੈ ਕਿ 10 ਯੂਰੋ ਦੀ ਐਵਰੇਜ ਆ ਜਾਏਗੀ। ਕਲੋਨੀ ਕਾ ਗੱਲ ਅਗਰ ਕੀਤੀ ਜਾਵੇ, ਸਾਰੇ ਮੁਖਤਸਰ ਗੱਲ ਇਹ ਕਿ 1 ਰੁਪਿਆ ਇਕੱਠਾ ਕਰੀਦਾ, 1 ਆਰਡਰ ਦੇ ਜਾਂਦੇ ਹਾਂ। 1 ਆਰਡਰ ਮਤਲਬ 1 ਯੂਰੋ 20 ਤੋਂ ਸੈਂਡ ਸ਼ੁਰੂ ਹੁੰਦਾ ਹੈ ਤੇ 6-7 ਯੂਰੋ ਤੱਕ ਜਾਂਦਾ ਹੈ। ਤੇ ਘੰਟੇ ਦੇ ਵਿੱਚ ਦੇ ਦੂ ਕਿ ਮੈਂ ਅਗਰ ਉਹਨਾਂ ਦੀ ਕਟੌਤੀ ਕਰੀ ਤੇ 8 ਯੂਰੋ ਆਪਣੀ ਆਈਡੀ ਵਾਲੇ ਨੂੰ ਠੀਕ ਪੈ ਹੋ ਗਿਆ। ਜਾਂਦਾ ਹੈ। ਯਾਨੀ ਕਿ ਇਹਦੇ ਵਿੱਚ ਕੋਈ ਪ੍ਰੋਪਰ ਅਮਾਉਂਟ ਤੁਹਾਨੂੰ ਇੱਕ ਯਕਦਮ ਯਾਨੀ 70-80 ਯੂਰੋ ਨਹੀਂ ਮਿਲਦੇ 8 ਘੰਟੇ ਕੰਮ ਕਰਨ ਦੇ, ਜਾਂ ਸਿਰਫ ਤੁਸੀਂ ਆਰਡਰਾਂ ਦੇ ਹਿਸਾਬ ਨਾਲ ਹੀ ਪੈਸੇ ਕਰਨੇ ਨੇ? ਨਹੀਂ ਭਾਜੀ, ਇਹ ਤਾਂ ਹਰ ਬੂਏ ਤੇ ਸਾਨੂੰ ਜਾ ਕੇ ਕੁੰਡੀ ਖੜਕਾਉਣੀ ਪੈਂਦੀ ਆ। ਹਰ ਬੂਏ ਜਿਵੇਂ ਹਰ ਬੂਏ ਤੇ ਜਾ ਕੇ ਰੁਪਿਆ ਇਕੱਠਾ ਕਰਨਾ ਪੈਂਦਾ ਹੈ। ਅੱਗੋਂ ਉਹਨਾਂ ਦੀ ਮਿਹਰਬਾਨੀ, ਉਹ ਟਿਪ ਦੇ ਭਾਵੇਂ 5 ਯੂਰੋ ਦੇ ਭਾਵੇਂ 1 ਦੇ ਭਾਵੇਂ ਨਹੀਂ ਵੀ ਦਿੰਦੇ, ਲੇਕਿਨ ਸਾਨੂੰ ਇਹ ਮਿਲਣਾ ਜਿਹੜਾ ਸਾਨੂੰ ਮੋਬਾਈਲ ਤੇ ਸ਼ੋ ਹੋ ਜਾਏਗਾ 1.5 ਯੂਰੋ 2 ਯੂਰੋ 3 ਯੂਰੋ। ਜਿੰਨੇ ਆਰਡਰ ਦੇਾਂਗੇ ਉਹਨੇ ਉਹ ਸਾਨੂੰ ਪੈਸੇ ਲੱਭਣੇ ਨੇ। ਅੱਛਾ ਸਰ ਭਾਈ, ਇੱਕ ਗੱਲ ਹੋ ਰਹੀ, ਪਾਕਿਸਤਾਨ ਬੈਠੇ ਜਿਹੜੇ ਬੰਦੇ ਨੇ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਾਂ ਯੂਨਾਨ ਦੇ ਅੰਦਰ ਜਿਹੜੇ ਬੈਠੇ ਨੇ, ਜਿਹੜੇ ਪਾਕਿਸਤਾਨ ਹੈ ਗੱਲ ਡਿਲੀਵਰ ਕਰ ਦੇਣਾ, ਮੈਸੇਜ ਡਿਲੀਵਰ ਕਰ ਦੇਣ ਕਿ ਯੂਨਾਨ ਦੇ ਅੰਦਰ ਡਿਲੀਵਰੀ 'ਚ ਬਹੁਤ ਜ਼ਿਆਦਾ ਪੈਸਾ ਹੈ, ਯਾਨੀ ਤੁਸੀਂ ਕੀ ਸਮਝਦੇ ਹੋ ਕਿ ਇੱਕ ਬੰਦਾ ਯੂਨਾਨ ਦੇ ਅੰਦਰ ਮੰਥਲੀ ਕਿੰਨੇ ਕੁ ਕਮਾ ਸਕਦਾ ਅਗਰ ਉਹ ਫਾਰ ਐਗਜ਼ਾਮਪਲ ਸਿਰਫ 8 ਘੰਟੇ ਡੇਲੀ ਦਾ ਕੰਮ ਕਰਦਾ ਹੈ? ਮੰਥਲੀ ਕਿੰਨੇ ਕਰ ਸਕਦਾ? ਵੇਖੋ ਜੀ, ਸਭ ਤੋਂ ਪਹਿਲੇ ਮਿਹਨਤ ਲੱਗੇਗੀ। ਠੀਕ ਹੈ, ਅਸੀਂ ਸਿਰਫ 8 ਘੰਟੇ 'ਚ ਕਿੰਨੇ ਕਰ ਸਕਦਾ? ਅਸੀਂ ਤਕਰੀਬਨ ਟਾਈਮ ਭੰਨਿਆ ਤੇ ਅਸੀਂ ਹੁਣ 8 ਘੰਟੇ ਦੇ ਮਤਲਬ ਹੈ ਕਿ ਕਰ ਲਓ, ਫਰਜ਼ ਕਰ ਲਓ ਵੀ ਨਵਾਂ ਬੰਦਾ ਵੀ ਆਏਗਾ ਨਾ, ਅਗਰ 8 ਘੰਟਿਆਂ ਦਾ ਕੰਮ ਕਰੇਗਾ ਦੂਸਰਾ
ਅੱਜ ਕੱਲ ਤਾਂ ਵੈਸੇ ਰੇਟ ਸਹੀ ਚੱਲ ਰਹੇ ਨੇ, ਕਮ ਸੇ ਕਮ 50 ਯੂਰੋ ਦਿਹਾੜੀ ਉਹ ਦੇਣਗੇ। ਯਾਨੀ ਕਿ ਅਗਰ ਜ਼ਮੀਂਦਾਰ ਮਹੀਨੇ ਦਾ ਕਮ ਸੇ ਕਮ 1500 ਯੂਰੋ ਕਰ ਸਕਦਾ ਹੈ। ਅਰਾਊਂਡ ਬਿਲਕੁਲ 1500 ਯੂਰੋ ਦੇ ਤਕਰੀਬਨ ਬੰਦਾ ਨਾ ਈਜ਼ੀ ਕੰਮ ਕਰ ਸਕਦਾ ਇੱਕ ਅੱਛਾ ਮਹੀਨੇ ਦੇ ਅੰਦਰ। ਠੀਕ ਹੋ ਗਿਆ। ਅੱਛਾ ਭਾਈ ਤੁਹਾਡੇ ਕੋਲ ਇੱਕ ਸਵਾਲ ਹੈ ਕਿ ਯੂਨਾਨ ਦੇ ਅੰਦਰ ਤੁਸੀਂ ਆਏ ਇੰਨਾ ਅਰਸਾ ਗੁਜ਼ਾਰ ਦਿੱਤਾ ਜੇ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਪਾਕਿਸਤਾਨ ਜਿਹੜੀ ਆਵਾਮ ਬੈਠੀ ਹੈ ਯੂਨਾਨ ਆਉਣ ਵਾਸਤੇ ਪਹਿਲੀ ਵੇਚ ਰਹੇ ਨੇ, ਯਾਨੀ 70-80 ਲੱਖ ਰੁਪਏ ਲਾਉਂਦੇ ਨੇ ਜਾਂ 50 ਲੱਖ ਹੀ ਲਾ ਲਓ ਮੈਕਸਿਮਮ, ਉਹਨਾਂ ਨੂੰ 50 ਲੱਖ ਲਾ ਕੇ ਪਾਕਿਸਤਾਨ ਕੋਈ ਕਾਰੋਬਾਰ ਕਰਨਾ ਚਾਹੀਦਾ ਜਾਂ ਯੂਰਪ 'ਚ ਆਉਣਾ ਚਾਹੀਦਾ, ਯੂਨਾਨ ਜਾਂ ਕਿਸੇ ਹੋਰ ਮੁਲਕ 'ਚ? 50 ਲੱਖ ਲਾ ਕੇ ਪਾਕਿਸਤਾਨ 'ਚ ਕੋਈ ਕਾਰੋਬਾਰ ਕਰਨਾ ਚਾਹੀਦਾ, ਕਿਉਂਕਿ ਇੱਥੇ 50 ਲੱਖ ਲਾ ਕੇ ਤਾਂ ਕੋਈ ਫਾਇਦਾ ਨਹੀਂ ਹੈ। ਤੁਸੀਂ ਕਿੰਨਾ ਅਰਸਾ ਗੁਜ਼ਾਰਿਆ? ਮੈਨੂੰ ਇੱਥੇ 12-13 ਸਾਲ ਹੋ ਗਏ। 12-13 ਸਾਲ ਹੋ ਗਏ ਨੇ ਭਾਈ ਹੋਰਾਂ ਨੂੰ। ਅੱਛਾ 12-13 ਸਾਲਾਂ 'ਚ ਪੇਪਰਾਂ ਵਾਸਤੇ ਵੀ ਪ੍ਰੋਬਲਮ ਹੈ ਔਰ 12-13 ਸਾਲਾਂ ਹਾਲੇ ਪਾਕਿਸਤਾਨ ਗਏ ਹੋ ਕਿ ਨਹੀਂ? ਪਾਕਿਸਤਾਨ 2 ਦਫਾ ਹੋ ਕੇ ਆਏ। 2 ਦਫਾ ਹੋਏ ਹੋ। ਹੁਣ ਤੁਸੀਂ ਪਾਕਿਸਤਾਨੀਆਂ ਵਾਸਤੇ ਆਹੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਯੂਨਾਨ ਜਾਂ ਕਿਸੇ ਵੀ ਯੂਰਪ ਨਹੀਂ ਆਉਣਾ ਚਾਹੀਦਾ, ਪਾਕਿਸਤਾਨ ਕੰਮ ਕਰਨਾ ਚਾਹੀਦਾ? ਪਾਕਿਸਤਾਨ ਬੈਸਟ ਹੈ ਸਭ। ਜ਼ਿੰਦਾਬਾਦ। ਅੱਛਾ ਭਾਈ ਤੁਸੀਂ ਕਿੰਨਾ ਅਰਸਾ ਗੁਜ਼ਾਰਿਆ ਭਲਾ? ਮੈਨੂੰ ਵੀ 10 ਸਾਲ ਹੋ ਹੀ ਗਏ ਨੇ। 10 ਸਾਲ ਹੋ ਗਏ ਨੇ। 10 ਸਾਲਾਂ 'ਚ ਸਭ ਤੋਂ ਜ਼ਿਆਦਾ ਯਾਦ ਕਿਹਦੀ ਹੁੰਦੀ ਜੀ ਪਾਕਿਸਤਾਨ? ਮਾਂ ਪਿਓ ਹੀ ਹੈ। ਮਾਂ ਪਿਓ। ਅੱਛਾ ਮਾਂ ਪਿਓ ਦੀ ਯਾਦ ਤਾਂ ਸਾਰਿਆਂ ਨੂੰ ਚਲੋ ਆਉਂਦੀ ਹੈ ਸਾਰੀ ਗੱਲ ਹੈ। ਵਿਦਨ। ਅੱਛਾ ਮਾਂ ਪਿਓ ਤੋਂ ਇਲਾਵਾ ਤੁਹਾਨੂੰ ਕੋਈ ਲੱਗਦਾ ਕੋਈ ਰਿਸ਼ਤਾ ਵਾਕਈ ਕਰੀਬਦਾਰ ਹੈ ਜਿਹੜਾ ਅਹਿਸਾਸ ਕਰੇ ਬੰਦੇ ਨੂੰ? ਕੋਈ ਚੱਕਰ ਹੀ ਨਹੀਂ। ਇੱਕ ਦੂਰ ਤਲਕ ਦੂਰ ਤੱਕ। ਹਕੀਕਤ ਹੈ ਵਾਕਈ ਹੀ, ਜਿੰਨੇ ਵੀ ਪਰਦੇਸੀ ਨੇ, ਇੱਕ ਤਲਕ ਹਕੀਕਤ ਹੈ ਕਿ ਮਾਂ ਪਿਓ ਦਾ ਇੱਕ ਖਾਲਿਸਤਾਨ ਰਿਸ਼ਤਾ ਹੈ। ਅੱਛਾ ਭਾਈ ਤੁਹਾਡੇ ਕੋਲ ਇੱਕ ਸਵਾਲ ਹੈ ਕਿ ਪਾਕਿਸਤਾਨ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਉਣਾ ਚਾਹੁੰਦੇ ਨੇ? ਨਹੀਂ ਆਓ, ਵੈਸੇ ਬਸ ਇतने ज़्यादा पहले आके ना हो, अगर वैसे कोई थोड़े बहुत पैसे ਚ ਹੁੰਦਾ ਤਾਂ ਫਿਰ ਆ ਜਾਓ। ਅੱਛਾ ਅਗਰ ਕਿਸੇ ਨੂੰ ਕਹੋ ਕਿ ਤੁਸੀਂ ਨਾ ਆਉਂਦੇ ਤੁਸੀਂ ਵੀ ਚਲੇ ਗਏ ਹੋ ਤੇ ਅਸੀਂ ਕਿਉਂ ਨਾ ਆਈਏ, ਉਹਨਾਂ ਨੂੰ ਕੀ ਕਹਿਣਾ? ਉਹਨਾਂ ਨੂੰ ਇਹ ਮੈਂ ਕਹਿ ਰਿਹਾ ਕਿ ਤੁਰ ਕੇ ਆਵੋ। ਉਹ ਮਤਲਬ ਆ ਜਾਣਗੇ ਇੱਥੇ, ਹੁਣ ਪੇਪਰ ਉਹਨਾਂ ਨਹੀਂ ਬਣਨੇ, ਸਾਲ ਦਾ ਵੀਜ਼ਾ ਹੋਵੇ 2 ਦਾ, ਉਹਨਾਂ ਨੂੰ ਵਾਪਸ ਜਾਣਾ ਪੈਣਾ ਹੈ। ਉਹ ਬਗੈਰ ਖਰਚੇ ਦੇ ਇੱਥੇ ਫਿਰ ਕੈਂਪ ਕੱਢਣਾ ਪੈਣਾ ਹੈ। ਉਹ ਅੱਛਾ ਸ਼ਾਦੀ ਹੋਈ ਜੀ ਨਹੀਂ ਹੋਈ? ਹਾਂ ਹੋ ਗਈ ਸ਼ਾਦੀ ਅਲਹਮਦੁਲਿਲਾ। ਸ਼ਾਦੀ ਹੋਈ ਹੈ। ਡਰਦਾ ਥੋੜਾ ਉੱਚੀ ਆਖੋਗੇ? ਅਲਹਮਦੁਲਿਲਾ ਹੋ ਗਈ ਸ਼ਾਦੀ। ਸ਼ਾਦੀ ਹੋ ਗਈ। ਅੱਛਾ ਤੇ ਪਾਕਿਸਤਾਨ ਯਾਨੀ ਹੁਣ ਤੁਸੀਂ ਆਂਦੇ ਜਾਂਦੇ ਰਹੇ? ਹਾਂਜੀ ਹਾਂਜੀ। ਅੱਛਾ ਭਾਈ ਤੁਹਾਡੀ ਵੀ ਸ਼ਾਦੀ ਹੋਈ ਕਿ ਨਹੀਂ? ਮੇਰੇ 3 ਬੱਚੇ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਪੜ੍ਹਦੇ ਨੇ? ਹਾਂਜੀ ਇੱਕ ਬੱਚਾ ਪੜ੍ਹਦਾ, ਬਾਕੀ ਛੋਟੇ ਨੇ। ਠੀਕ ਹੈ। ਅੱਛਾ ਵਰਲਡ ਦੇ ਹਿਸਾਬ ਨਾਲ ਗੱਲ ਕਰੀਏ ਜਾਂ ਇੱਥੇ ਜਿਹੜੇ ਵੀ ਫਾਸਟ ਫੂਡ ਦਾ ਬੰਦੇ ਕੰਮ ਕਰਦੇ ਨੇ ਯੂਨਾਨ ਦੇ ਅੰਦਰ ਸਪੈਸ਼ਲੀ ਤੌਰ ਤੇ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਦੂਸਰੇ ਬੰਦੇ ਕੰਮ ਕਰਦੇ ਨੇ ਯਾਨੀ ਕਿ ਸੈਲਰੀ ਤੇ ਤੁਹਾਂ ਤੇ ਉਹੀ ਕਰਨਾ ਜੋ ਯਾਨੀ ਡਿਲੀਵਰੀ ਹਿਸਾਬ ਨਾਲ, ਤੁਹਾਡੇ ਖਿਆਲ ਨਾਲ ਸੈਲਰੀ ਵਾਲੇ ਬੈਸਟ ਨੇ ਜਾਂ ਇਹ ਬੰਦੇ ਬੈਸਟ ਨੇ? ਭਾਈ ਸੀ ਵਾਲਾ ਗੱਲ ਕੀ, ਸੈਲਰੀ ਵਾਲੇ ਬੈਸਟ ਨੇ, ਕਿਉਂਕਿ ਇਹਦੇ ਵਿੱਚ ਅਸੀਂ ਮੋਟਰਸਾਈਕਲ ਚਲਾਉਂਦੇ ਨਾ, ਮਹੀਨੇ ਦਾ 200 ਰੁਪਏ ਦਾ ਤੇਲ ਵੀ ਫੂਕਣਾ। ਠੀਕ ਹੈ। ਖਾਣਾ ਵੀ ਜੇ ਰੋਜ਼ 5-7 ਰੁਪਏ ਦੇ ਖਾਣਾ ਵੀ ਖਾਣਾ ਜੇ, ਉਹ ਡਬਲ ਖਰਚਾ ਹੋ ਜਾਂਦਾ। ਉਹ ਜਿਹੜੇ ਸੈਲਰੀ ਤੇ ਲੱਗੇ ਨੇ ਉਹਨਾਂ ਨੂੰ ਸਾਰੀ ਸੈਲਰੀ ਬਚਣੀ, ਸਾਡੇ ਉਹ ਡਬਲ ਨਿਕਲ ਜਾਣੇ ਨੇ। ਸਾਨੂੰ ਉਹ 1500 ਬਚ ਜਾਏਗਾ, 1400 ਬਚ ਜਾਏਗਾ, 1300 ਬਚ ਜਾਏਗਾ ਮਹੀਨੇ 'ਚ। ਯਾਨੀ ਅਸਲ ਹਕੀਕਤ ਹੈ ਹਾਂਜੀ, ਕਿਉਂਕਿ ਅਸਲ ਹਕੀਕਤ ਲਗੁਸਤੀ ਨੂੰ ਵੀ ਪੈਸੇ ਦੇਣੇ ਜੀ। ਠੀਕ ਹੈ। ਹੋਰ ਵੀ ਉਹਦੇ ਨਾਲ ਤੇਵੇ ਵੀ ਦੇਣੇ ਜੇ। ਉਹ ਤੁਹਾਡਾ 700-800 ਰੁਪਈਆ ਘਰ ਦਾ ਪਾ ਕੇ 900 ਰੁਪਈਆ ਜਿੰਨਾ ਆਪਣੀ ਆਈਡੀਆ ਖਲਾਏ ਨੇ, ਇੰਨਾ ਖਰਚਾ ਮਹੀਨੇ ਦਾ ਹੋ ਜਾਂਦਾ। ਅੱਛਾ ਚਲੋ ਇਹ ਤਾਂ ਬਹੁਤ ਜ਼ਿਆਦਾ ਪੁਰਾਣੇ ਜੀ ਨੇ ਆ। ਠੀਕ ਹੈ। ਉਹਨਾਂ ਯਾਨੀ ਜ਼ਿੰਦਗੀ ਦਾ ਨਿਚੋੜ ਦੀਆਂ ਬਾਤਾਂ ਕੀਤੀਆਂ ਨੇ। ਅੱਛਾ ਤੁਹਾਨੂੰ ਡਿਲੀਵਰੀ ਦੇ ਕੰਮ 'ਚ ਸਭ ਤੋਂ ਅੱਛੀ ਚੀਜ਼ ਕਿਹੜੀ ਲੱਗਦੀ ਹੈ? ਡਿਲੀਵਰੀ ਦੇ ਕੰਮ 'ਚ ਸਭ ਤੋਂ ਆਜ਼ਾਦੀ ਹੈ, ਸਭ ਤੋਂ ਅੱਛੀ ਹੈ ਆਜ਼ਾਦੀ ਹੈ, ਆਪਣੀ ਮਰਜ਼ੀ ਨਾਲ। ਵਾਕਈ ਗੱਲ ਸਹੀ ਹੈ ਕਿ ਫਰੀडम ਜਿਹੜੀ ਹੈ ਨਾ ਸਭ ਤੋਂ ਅੱਛੀ ਬਾਤ ਹੈ। ਔਰ ਵਾਕਈ ਹੀ ਤਾਂ ਚਲੋ ਸੈਲਰੀ ਵਾਲੇ ਆਪਣੀ ਜਗ੍ਹਾ ਨੇ, ਲੇਕਿਨ ਫਰੀडम ਆਜ਼ਾਦੀ ਸਭ ਤੋਂ ਵੱਡੀ ਚੀਜ਼ ਹੈ। ਯਾਨੀ ਤੁਸੀਂ ਆਜ਼ਾਦ ਹੋ, ਤੁਹਾਡਾ ਦਿਲ ਕੰਮ ਕਰੋ, ਤੁਹਾਡਾ ਦਿਲ ਕੰਮ ਨਾ ਕਰੋ। ਅੱਛਾ ਭਾਈ ਅਸਲ ਤੁਹਾਡੇ ਕੋਲ ਸਵਾਲ ਹੈ, ਸਭ ਤੋਂ ਮੁਸ਼ਕਲ ਕੰਮ ਡਿਲੀਵਰੀ 'ਚ ਔਰ ਸਭ ਤੋਂ ਖਤਰਨਾਕ ਕਿਹੜਾ ਹੈ? ਸਭ ਤੋਂ ਮੁਸ਼ਕਿਲ ਕੰਮ ਇਹ ਹੈ ਬਈ ਤੁਸੀਂ ਰੋਡ ਤੇ ਰਹਿਣਾ, ਮੋਟਰਸਾਈਕਲ ਤੇ ਹੈਗੇ ਹੋ, ਕੁਝ ਨਹੀਂ ਪਤਾ ਅੱਗੋਂ ਵੱਜ ਜਾਓ ਪਿੱਛੋਂ ਵੱਜ ਜਾਓ। ਆ ਭਾਈ ਇਸ਼ਾਰੇ ਤੇ ਖਲੋਤੇ ਸਨ, ਅਗਲੇ ਦਿਨ ਪਿੱਛੋਂ ਬਾਬਾ ਆਇਆ ਤਾਂ ਉਹ ਉਡਾ ਕੇ ਤੇ ਪਰਾਂ ਟੁਰ ਗਿਆ। ਅੱਛਾ ਇੱਕ ਗੱਲ ਹੋ ਰਹੀ ਇੱਥੇ ਜਿਹੜਾ ਕੋਈ ਹਾਦਸੇ ਹੋ ਜਾਂਦੇ ਨੇ ਅੱਲਾ ਨਾ ਕਰੇ, ਉਹਨਾਂ ਦੇ ਹਵਾਲੇ ਨਾਲ ਵਰਲਡ ਦੀ ਕੋਈ ਇਸ ਤਰ੍ਹਾਂ ਦੀ ਕੋਈ ਪਲੇਟਫਾਰਮ ਬਣਿਆ ਕਿ ਜਿਹਦੇ 'ਚ ਤੁਹਾਨੂੰ ਤਹੱਫੁਜ਼ ਫਰਾਹਮ ਕੀਤਾ ਜਾ ਕੇ ਵਾਕਈ ਤਾਂ ਨਹੀਂ ਮਹਿਫੂਜ਼ ਆ, ਕੋਈ ਹਾਦਸਾ ਹੋ ਜਾਂਦਾ ਤੇ ਕੋਈ ਆਉਂਦਾ? ਨਹੀਂ ਮੇਰਾ ਨਹੀਂ ਖਿਆਲ ਕਿ ਇਹ ਨਹੀਂ ਹੈ, ਅਸੀਂ ਨਹੀਂ ਸੁਣਿਆ ਸੀ। ਨਹੀਂ ਹੈ ਭਾਈ ਆਹਾਂ 5-7 ਸਾਲ ਤੋਂ ਨਹੀਂ ਸੁਣਿਆ ਕੋਈ। ਨਹੀਂ ਹੈ। ਐਂਬੂਲੈਂਸ ਹੀ ਲੈ ਜਾਂਦੀ ਜਿਹੜੇ ਹਸਪੀਟਲ ਦਾ। ਨਹੀਂ ਨਹੀਂ ਉਹ ਵੀ ਕੋਈ ਫੋਨ ਕਰ ਯਾਰ ਉਹਨਾਂ ਤੇ ਖੜਦਾ, ਉਹਨਾਂ ਤੇ ਤਾਂ ਫਰਜ਼ ਯੂਨਾਨ ਵਾਲਿਆਂ ਦਾ। ਗੱਲ ਇਹ ਵੇ ਕਿ ਪਾਕਿਸਤਾਨੀ ਯਾਨੀ ਜਿਹੜੀ ਇੱਥੇ ਕਮਿਊਨਿਟੀ ਉਹਦੀ ਤਰਫੋਂ ਕਿ ਐਸਾ ਪਲੇਟਫਾਰਮ ਹੋਏ ਕਿ ਤੁਹਾਡੇ ਨਾਲ ਕੋਈ ਹਾਦਸਾ ਹੋਏ ਤੇ ਤੁਹਾਨੂੰ ਪਤਾ ਹੈ ਕਿ ਯਾਰ ਸਾਨੂੰ ਕਮ ਸੇ ਕਮ ਸਾਡੇ ਨਾਲ ਮਸਲਾ ਕੋਈ ਤੇ ਸਾਨੂੰ ਕੋਈ ਹਸਪੀਟਲ ਜਾਂ ਅੱਲਾ ਨਾ ਕਰੇ ਕੋਈ ਜ਼ਿੰਦਗੀ ਮੌਤ ਰੱਬ ਦੇ ਹੱਥ ਕੋਈ ਹੋ ਜਾਂਦਾ ਤੇ ਸਾਡੇ ਪਿੱਛੇ ਕੋਈ ਆ ਜਾਏਗਾ, ਕਿ ਇਸ ਤਰ੍ਹਾਂ ਆਇਆ ਕਿਸੇ ਦੇ ਪਿੱਛੇ? ਨਹੀਂ ਭਾਈ ਇਸ ਤਰ੍ਹਾਂ ਤਾਂ ਨਹੀਂ, ਕਮਿਊਨਿਟੀ ਤਰਫ ਕੋਈ ਉਹ ਨਹੀਂ। ਬਾਕੀ ਹਾਂ ਜਿਹਦੇ ਥਰੂ ਅਸੀਂ ਕੰਮ ਕਰ ਰਹੇ ਹਾਂ, ਮਤਲਬ ਜਿਹੜਾ ਜਿਹਦਾ ਉਹ ਤੇ ਚਲੋ ਇੱਕ ਉਹ ਗੱਲ ਹੈ। ਵੈਸੇ ਵਰਲਡ ਦੀ ਤਰਫੋਂ ਜਾਂ ਪਾਕਿਸਤਾਨ ਕਮਿਊਨਿਟੀ ਤਰਫੋਂ ਤੀ ਪੋਤਾ ਯਾਨੀ ਆਪਣੀ ਮਦਦ ਆਪ ਦੇ ਤਹਿਤ यहाँ ਸਾਰਿਆਂ ਕੁਝ ਕਰਨਾ ਹੈ। ਰੱਬੀ ਹੈ। ਭਾਈ ਸਾਹਿਬ ਤੁਸੀਂ ਅਕਸਰ ਵੇਖਿਆ ਹੋਣਾ ਸੀ ਤੱਕ, ਮੈਂ ਪਿਛਾਂ ਜੇ ਵੀ ਕੁਝ ਮਹੀਨੇ ਪਹਿਲੇ ਵੀ ਇੱਕ ਮੁੰਡਾ ਇਸ ਤਰ੍ਹਾਂ ਐਕਸੀਡੈਂਟ ਨਾਲ ਫੌਤ ਹੋ ਗਿਆ ਤੇ ਕੋਈ ਨਹੀਂ ਪਹੁੰਚਿਆ। ਅੱਛਾ ਇੱਕ ਗੱਲ ਹੋ ਰਹੀ, ਮੌਜੂਦਾ ਹਕੂਮਤ ਯੂਨਾਨ ਤੋਂ ਖੁਸ਼ ਹੋ? ਬਿਲਕੁਲ ਵੀ ਨਹੀਂ। ਮੇਰਾ ਤਾਂ ਨਹੀਂ ਖਿਆਲ ਕਿ ਖੁਸ਼ ਹੋਣਾ ਚਾਹੀਦਾ। ਤੁਸੀਂ
ਜਿਹੜੀ ਵੀ ਹਕੂਮਤ ਆਏ ਉਹਦੇ ਤੇ ਖੁਸ਼ ਹੀ ਹੋਣਾ ਚਾਹੀਦਾ ਕਿਉਂਕਿ ਉਹਦਾ ਮੌਕਫ ਵੱਖਰਾ ਹੈ। ਚਲੋ ਉਹਦਾ ਮੌਕਫ ਵੱਖਰਾ ਹੈ ਕਿ ਚਲੋ ਹੋ ਸਕਦਾ ਹੈ, ਬਾਕੀ ਇਹ ਵੇ ਕਿ ਇਹ ਸਾਡੇ ਫਾਰਨਾਂ ਵਾਸਤੇ ਤੇ ਬਿਲਕੁਲ ਵੀ ਨਹੀਂ ਅੱਛੀ। ਫਰਜ਼ ਦੇਖੋ ਕਰੇ ਅਸੀਂ ਭਾਈ ਅਸੀਂ ਇਹ ਮੌਜੂਦਾ ਹੁਕੂਮਤ ਤੇ ਤਾਂ ਖੁਸ਼ ਹੋਈਏ ਸਾਡੇ ਲੋਕਾਂ ਨੂੰ ਕੁਝ ਦੇਣ ਦੇ। ਸਾਡੇ ਲੋਕਾਂ ਦੇ ਤੇ ਰਾਹ ਬੰਦ ਕਰਨ ਦੇ ਨਾ ਅਸੀਂ ਇਹਨਾਂ ਤੋਂ ਕਹਿੰਦੀ ਖੁਸ਼ ਹੋ ਸਕਦੇ। ਤੁਸੀਂ ਖੁਸ਼ ਹਾਂ ਥੋੜਾ ਜਿਹਾ, ਅੱਧਾ ਨਹੀਂ। ਮਤਲਬ ਵੀਜ਼ੇ ਉਹਨਾਂ ਨੇ ਖੋਲ ਛੜੇ ਨੇ, ਅੱਛੀ ਗੱਲ ਹੈ, ਪਰ ਖਰਚੇ ਜਿਹੜੇ ਬੰਦ ਕਰ ਛੜੇ ਬਹੁਤ ਬੁਰੀ ਗੱਲ ਹੈ। ਵੈਰੀ ਗੁੱਡ, ਚਲੋ ਠੀਕ ਹੈ, ਹੋਣਾ ਚਾਹੀਦਾ, ਲੇਕਿਨ ਮੌਜੂਦਾ ਹਕੂਮਤ ਹੈ ਯੂਨਾਨ ਤੋਂ ਯਾਰ ਜਿਹੜਾ ਵੀ ਇੱਥੇ ਫੈਸਲਾ ਹੋਣਾ ਅਸਾਂ ਸਾਰੇ ਉਹ ਮੰਨਣਾ ਹੈ, ਹੱਤਾ ਕਿ ਇੱਥੋਂ ਦੇ ਲੋਕ ਵੀ ਮੰਨਦੇ ਨੇ। ਉਹ ਤਾਂ ਅਸੀਂ ਪਾਕਿਸਤਾਨ ਵੀ ਮੰਨ ਰਹੇ ਹਾਂ। ਅੱਛਾ ਆਸਫ ਭਾਈ, ਇੱਕ ਗੱਲ ਹੋ ਰਹੀ ਵੋਲਟ ਦੇ ਹਵਾਲੇ ਨਾਲ ਹੀ, ਡਿਲੀਵਰੀ ਯਾਨੀ ਫੂਡ ਦੇ ਹਵਾਲੇ ਨਾਲ ਹੀ ਗੱਲ ਕਰਨਾ ਚਾਹੁੰਦਾ। ਅੱਛਾ ਕੋਈ ਇਸ ਤਰ੍ਹਾਂ ਦੇ ਬੰਦੇ ਹੈ ਨਹੀਂ ਇੱਥੇ ਯੂਨਾਨ ਦੇ ਅੰਦਰ ਕਿ ਜਿਹੜੇ ਤੁਹਾਨੂੰ ਬਗੈਰ ਕੋਈ ਜੀ ਇਨਕਮ ਲੈਣ ਤੋਂ ਤੁਹਾਨੂੰ ਆਪਣੀ ਆਈਡੀਆ ਦੇਣ ਤਾਂ ਕਿ ਤੁਸੀਂ ਆਪਣਾ ਕੰਮ ਕਰ ਸਕੋ, ਕਿ ਹੈ ਨਹੀਂ ਜਾਂ ਕਮਿਸ਼ਨ ਲੈਣੀ ਹੈ? ਨਾ ਭਾਈ ਇਸ ਤਰ੍ਹਾਂ ਕਮਿਸ਼ਨ ਤਾਂ ਹੈ, ਕਮਿਸ਼ਨ ਤੋਂ ਬਗੈਰ ਨਹੀਂ ਕੋਈ ਹੈਲਾ ਫ੍ਰੀ ਆਫ ਕਾਸਟ ਨਹੀਂ ਹੈ ਫ੍ਰੀ ਪੈਸੇ ਤੋਂ ਕਿਉਂ ਭਾਈ? ਨਹੀਂ ਹੈ ਬਾਈ। ਉਹ ਤੇ ਘਰਦਿਆਂ ਨੂੰ ਪੈਸੇ ਨਾਲ ਘੱਲੋ ਨਹੀਂ ਫੋਨ ਚੁੱਕਦੇ ਤੇ ਤੁਸੀਂ ਇੱਥੇ ਨਹੀਂ ਠੇਕੇਦਾਰ ਦੀ ਗੱਲ ਕਰ ਨਹੀਂ ਇਹਦਾ ਕੋਈ ਨਹੀਂ ਹੈ ਉਹਨਾਂ ਨੂੰ। ਤੁਸੀਂ ਅੰਦਾਜ਼ਾ ਲਾ ਲਵੋ ਕਿ ਜਿਹੜੇ ਪਾਕਿਸਤਾਨ, ਅਗਰ ਤੁਸੀਂ ਇਹ ਵੇਖ ਰਹੇ ਹੋ ਨਾ ਵੀਡੀਓ, ਤੇ ਤੁਹਾਡੇ ਵਾਸਤੇ ਆ ਇੱਕ ਤਲਖ ਮੈਸੇਜ ਹੈ ਜੇ ਕਿ ਯੂਨਾਨ ਹੀ ਨਹੀਂ ਪੂਰੇ ਯੂਰਪ ਦੇ ਅੰਦਰ ਯਾਨੀ ਪਾਕਿਸਤਾਨ ਤੋਂ ਜੂ ਹੀ ਤੁਸੀਂ ਆਪਣੇ ਘਰ ਚੋਂ ਨਿਕਲ ਜਾਣਾ ਨਾ, ਬਗੈਰ ਲਾਲਚ ਮਤਲਬ ਔਰ ਕਮਿਸ਼ਨ ਤੋਂ ਕੋਈ ਬੰਦਾ ਤੁਹਾਡੀ ਹੈਲਪ ਨਹੀਂ ਕਰੇਗਾ। ਔਰ ਇਹ ਸਾਰੇ ਬੰਦੇ ਖਲੋਤੇ ਨੂੰ ਇੱਕ ਜ਼ਿੰਦਗੀ ਦਾ ਤਜਰਬਾ, ਯਾਨੀ ਕੋਈ ਬੰਦਾ ਵੀ ਐਸਾ ਨਹੀਂ ਜਿਹਨੇ 10 ਸਾਲ ਨਹੀਂ ਗੁਜ਼ਾਰੇ ਹੋਣ, ਤੇ ਵਿੱਚ ਭਾਈ ਉਹਨਾਂ ਨੇ ਵਿਦ ਡਿਊ ਰਿਸਪੈਕਟ ਕਾਫੀ ਜ਼ਿੰਦਗੀ ਅੱਧੀ ਗੁਜ਼ਾਰ ਦਿੱਤੀ ਹੈ। ਬਾਕੀ ਸਾਰਿਆਂ ਵਾਸਤੇ ਇਹੀ ਮੈਸੇਜ ਹੈ ਕਿ ਅਗਰ ਤੁਸੀਂ ਮੁਸਤਕਬਲ ਵਾਸਤੇ ਨਿਕਲਣਾ ਚਾਹੁੰਦੇ ਹੋ, ਆਪਣੇ ਫਿਊਚਰ ਵਾਸਤੇ ਨਿਕਲਣਾ ਚਾਹੁੰਦੇ ਹੋ, ਮੋਸਟ ਵੈਲਕਮ, ਲੇਕਿਨ ਗੈਰ ਕਾਨੂੰਨੀ ਤਰੀਕਾ ਕਦੀ ਵੀ ਨਾ ਅਪਣਾਓ, ਕਦੀ ਵੀ ਗੈਰ ਕਾਨੂੰਨੀ ਤਰੀਕੇ ਨਾਲ ਨਹੀਂ ਆਣਾ ਹੈ ਤੇ ਲੀਗਲ ਵੇ ਅਪਣਾਉਣਾ ਹੈ। ਔਰ ਆਸਫ ਭਾਈ ਇੱਕ ਗੱਲ ਹੋ ਰਹੀ, ਕਿਆ ਤੁਹਾਡਾ ਕੋਈ ਆਪਣਾ ਅਜ਼ੀਜ਼ ਕਰੀਬ ਰਿਸ਼ਤੇਦਾਰ ਜਾਂ ਭਾਈ ਤੁਹਾਨੂੰ ਤੰਗ ਕਰਦਾ ਕਿ ਮੈਨੂੰ ਵੀ ਯੂਨਾਨ ਬੁਲਾ ਲੈ, ਤੂੰ ਤੁਰ ਗਿਆ ਤੇ ਮੈਨੂੰ ਨਹੀਂ ਬੁਲਾਉਂਦਾ? ਹਾਂ ਬਿਲਕੁਲ, ਭਰਾ ਵੀ ਤੇ ਯਾਰ ਬੇਲੀ ਵੀ ਤੇ ਹਰ ਬੰਦਾ ਹੀ ਜ਼ਾਹਿਰ ਹੈ, ਹਰ ਬੰਦੇ ਨੂੰ ਇਹ ਕਿ ਤੂੰ ਤਾਂ ਟੁਰ ਗਿਆ ਸਾਨੂੰ ਕਿਉਂ ਨਹੀਂ ਬੁਲਾ ਰਿਹਾ, ਵਜ੍ਹਾ ਕੀ ਹੈ ਇਹ ਉਹ, ਵੈਰੀ ਗੁੱਡ। ਤੇ ਬੜਾ ਨਹੀਂ ਆਉਣਾ ਚਾਹੀਦਾ, ਪ੍ਰਦੇਸ਼ 'ਚ ਨਹੀਂ ਆਉਣਾ ਚਾਹੀਦਾ, ਮੈਂ ਤਾਂ ਇਹ ਕਹਿੰਦਾ। ਅੱਛਾ ਭਾਈ ਜੀ, ਤੁਹਾਨੂੰ ਕੋਈ ਤੁਹਾਡਾ ਪਿੱਛੋਂ ਕੋਈ ਆਂਦਾ ਹੈ ਕਿ ਮੈਨੂੰ ਆਈਫੋਨ ਤੂੰ ਭੇਜ ਦੇ, ਉੱਥੇ ਤੂੰ ਬੜੇ ਪੈਸੇ ਕਮਾਉਣਾ ਤੇ ਕੁਝ ਕਰ? ਨਹੀਂ ਬਾਈ ਆਈਫੋਨ ਵਾਸਤੇ ਤਾਂ ਨਹੀਂ ਕਹਿੰਦੇ, ਇਹ ਕਹਿੰਦੇ ਨੇ ਸਾਨੂੰ ਵੀ ਬੁਲਾ ਲਓ ਇੱਥੇ। ਤੁਹਾਨੂੰ ਬਿਲਕੁਲ ਸੇਮ ਹੈ, ਮੰਗਦੇ ਅੱਛਾ ਕੋਈ ਨਹੀਂ ਨਹੀਂ। ਭਾਈ ਮੈਨੂੰ ਤਾਂ ਕੋਈ ਵੀ ਨਹੀਂ ਆਂਦਾ, ਬੁਲਾ ਲਓ। ਇਹ ਬੱਚੇ ਕੀ ਆਂਦੇ? ਅੱਛਾ ਬੱਚੇ ਕੀ ਛੋਟੇ ਨੇ, ਬੱਚੇ ਤੇ ਜੇ ਛੋਟੇ 7 ਸਾਲ ਦਾ ਬੱਚਾ ਹੈ, ਵੱਡਾ ਉਹ ਆਂਦੇ ਜੀ ਵਾਪਸ ਆਓ, ਹਾਂ ਉਹ ਤੇ ਆਂਦੇ ਨੇ ਬਾਬਾ ਕਬ ਆਓ। ਤੇ ਤੁਹਾਡਾ ਦਿਲ ਕਰਦਾ ਹੈ? ਹਾਂ ਇਨਸ਼ਾਅੱਲਾ, ਸਾਡਾ ਦਿਲ ਕਿਉਂ ਨਹੀਂ, ਆਪਣੇ ਬੱਚਿਆਂ ਹਰ ਨੂੰ ਬੰਦੇ ਦਾ ਦਿਲ ਕਰਦਾ, ਬਿਲਕੁਲ ਇਹ ਗੱਲ ਸਹੀ। ਕੋਈ ਸ਼ੈ ਨਹੀਂ ਹੈ। ਨਹੀਂ ਜੋ ਤੁਹਾਡਾ ਬੱਚੇ ਯਾਨੀ ਹੋਏ। ਦਿਲ ਕਰਦਾ ਕਿ ਅਸੀਂ ਪੱਕੇ ਹੀ ਤੁਰ ਜਾਈਏ ਜਾਂ ਕੀ ਕਰੀਏ? ਬਹੁਤ ਦਫਾ ਹਾਲਾਤ ਹੀ ਐਸੇ ਨੇ। ਹਾਲਾਤ ਐਸੇ ਹੋਈ ਹੈ, ਬਹੁਤ ਦਫਾ। ਜੇਲ੍ਹ ਹੈ ਨਾ। ਅੱਛਾ ਤੁਹਾਨੂੰ ਕੋਈ, ਅੱਛਾ ਤੁਹਾਡੀ ਚਲੋ ਸ਼ਾਦੀ ਵੀ ਹੋਈ, ਤੁਹਾਨੂੰ ਤਾਂ ਆਂਦੇ ਨੇ ਇਹਨਾਂ ਦੀ ਹੋਈ ਸ਼ਾਇਦ। ਆ ਯਾਰ ਗੱਲ ਹੈ ਵੇ ਕਿ ਵੇਖੋ ਜ਼ਿੰਦਗੀ ਬਹੁਤ ਯਾਨੀ ਕਿ ਤਲਖ ਬਾਤ ਹੈ ਵੇ ਕਿ ਬਹੁਤ ਮੁਸ਼ਕਲ ਹੈ ਪਰਦੇਸ। ਇਹ ਤੁਸੀਂ ਚਿਹਰਿਆਂ ਤੇ ਅਗਰ ਸਮਾਈਲ ਵੇਖ ਰਹੇ ਹੋ ਨਾ, ਯਾਨੀ ਮੁਸਕਰਾਹਟ ਵੇਖ ਰਹੇ ਹੋ, ਤੇ ਇਹਦੇ ਪਿੱਛੇ ਬਹੁਤ ਸਾਰੇ ਰਾਜ਼ ਦਫਨ ਨੇ ਔਰ ਬੜੀਆਂ ਕੁਰਬਾਨੀਆਂ ਨੇ। ਖੁਦਾ ਦੀ ਕਸਮ ਕੋਈ ਐਸਾ ਸੀਨ ਨਹੀਂ ਜੀ, ਇਹ ਬੰਦੇ ਹੱਸਦੇ ਜ਼ਰੂਰ ਨੇ ਲੇਕਿਨ ਤਨਹਾਈ 'ਚ ਬੰਦਾ ਰੋਂਦਾ ਹੀ ਹੈ। ਜਿਸ ਤਰ੍ਹਾਂ ਉਹ ਭਾਈ ਨੇ, ਛੋਟੇ ਬੱਚੇ ਨੇ, ਤੇ ਇਹ ਬਿਲਕੁਲ ਸਹੀ ਗੱਲ ਹੈ ਕਿ ਉਹ ਆਂਦੇ ਨੇ ਆ ਜਾਵੋ, ਲੇਕਿਨ ਹਾਲਾਤ ਔਰ ਮਜਬੂਰੀਆਂ ਹੀ ਬੰਦੇ ਨੂੰ ਖਿਲਾਰਦੀਆਂ ਨੇ। ਬਾਕੀ ਤੁਹਾਡੀ ਮੁਹੱਬਤ ਦੇ ਬਹੁਤ ਜ਼ਿਆਦਾ ਮਸ਼ਕੂਰ ਆ। ਮਿਲਨੇ ਆ ਨੈਕਸਟ ਵੀਡੀਓ ਦੇ ਵਿੱਚ, ਆਪਣਾ ਖਿਆਲ ਰੱਖਿਓ, ਜਜ਼ਾਕੱਲਾ।